ਆਪ ਸਭ ਦਾ ਸਵਾਗਤ ਹੈ YouTube ਚੈਨਲ ਸਬਜੈਕਟ ਮਾਸਟਰਸ ਤੇ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫੀਸਰ CDPO ਦੀਆਂ ਜਿਹੜੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਆਪਾਂ ਨੇ ਉਸ ਦਾ ਸਿਲੇਬਸ ਸਟਾਰਟ ਕੀਤਾ ਹੋਇਆ। ਪਾਰਟ A ਯੂਨਿਟ 1 ਦਾ ਲਾਸਟ ਟੌਪਿਕ ਹੈ ਜੀ ਇਸ਼ੂਜ਼ ਰਿਲੇਟਡ ਟੂ ਦਾ ਗਰਲ ਚਾਈਲਡ। ਇਹ ਵਾਲਾ ਟੌਪਿਕ ਜਿਹੜਾ ਅੱਜ ਆਪਾਂ ਕੰਪਲੀਟ ਕਰ ਦਾਂਗੇ। ਇਹਦੇ ਨਾਲ ਜਿਹੜੀ ਯੂਨਿਟ 1 ਆ ਉਹ ਆਪਣੀ ਕੰਪਲੀਟ ਹੋ ਜੂ। ਦੈਨ ਆਪਾਂ ਜਿਹੜੀ ਯੂਨਿਟ 2 ਆ ਆਪਣੀ ਉਹ ਸਟਾਰਟ ਕਰਾਂਗੇ। ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓਜ਼ ਜ਼ਰੂਰ ਚੈੱਕ ਕਰੋ, ਤਾਂ ਹੀ ਤੁਹਾਨੂੰ ਜਿਹੜਾ ਅੱਗੇ ਦਾ ਕਨਸੈਪਟ ਕਲੀਅਰ ਹੋਊਗਾ ਕਿ ਇਹਦੇ 'ਚ ਆਪਾਂ ਕਾਹਦੇ ਬਾਰੇ ਗੱਲ ਕਰ ਰਹੇ ਹਾਂ, ਕਿਉਂਕਿ ਇੰਪੋਰਟੈਂਟ ਥਿਊਰੀਜ਼ ਡੈਫੀਨੇਸ਼ਨਸ ਉਹ ਸਾਰਾ ਕੁਛ ਆਪਾਂ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓਜ਼ 'ਚ ਪੜ੍ਹਿਆ। ਠੀਕ ਹੈ, ਪਹਿਲਾਂ ਯੂਨਿਟ 1 ਜਦੋਂ ਆਪਣੀ ਕਵਰ ਹੋ ਜੂ ਸਾਰਾ ਤੁਸੀਂ ਇਹਨੂੰ ਆਪਣਾ ਲਰਨ ਕਰੋ। ਖੁਦ ਦੇ ਜਿਹੜੇ ਨੋਟਸ ਆ ਉਹ ਆਪਣੇ ਆਪ ਨੋਟਸ ਜਿਹੜੇ ਪ੍ਰਪੇਅਰ ਕਰੋ, ਕਿਉਂਕਿ ਜਿਹੜੇ ਮੈਂ ਇੱਥੇ ਨੋਟ ਕੀਤੀਆਂ ਉਹ ਜਸਟ ਇੰਪੋਰਟੈਂਟ ਪੁਆਇੰਟ ਨੇ। ਠੀਕ ਹੈ, ਬਾਕੀ ਮੈਂ ਸਾਰਾ ਕੁਝ ਤੁਹਾਨੂੰ ਬੋਲ ਕੇ ਸਮਝਾ ਰਹੀ ਹਾਂ, ਤਾਂ ਉਹਨੂੰ ਤੁਸੀਂ ਆਪਣੀ ਵਰਡਿੰਗ 'ਚ ਇੰਗਲਿਸ਼ ਪੰਜਾਬੀ 'ਚ ਜਿਵੇਂ ਲਿਖਣਾ ਚਾਹੁੰਦੇ ਹੋ ਉਵੇਂ ਲਿਖੋ। ਠੀਕ ਹੈ, ਤਾਂ ਹੁਣ ਆਪਾਂ ਜਿਹੜਾ ਟੌਪਿਕ ਸਟਾਰਟ ਕਰਨ ਲੱਗੇ ਹਾਂ ਜੀ ਇਸ਼ੂਜ਼ ਰਿਲੇਟਡ ਟੂ ਦਾ ਗਰਲ ਚਾਈਲਡ। ਵੈਰੀ ਇੰਪੋਰਟੈਂਟ ਟੌਪਿਕ ਹੈ, ਧਿਆਨ ਨਾਲ ਸਮਝਿਓ। ਇਹਦੇ ਵਿੱਚ ਜ਼ਰੂਰ ਪੇਪਰ ਦੇ ਵਿੱਚ ਜਿਹੜਾ ਕੁਐਸਚਨ ਦੇਖਣ ਨੂੰ ਮਿਲੂਗਾ। The issue of girl child rights and protection in India is a very serious concern. Not only girls but the women as such continues to be discriminated. The sex vice is more among uneducated and socially backward class. Right from her arrival she faces discrimination, humiliation and oppression at every stage of life. When it comes to healthcare, education and growth opportunity, she is neglected because of her gender. ਇਹਦੇ ਵਿੱਚ ਜਿਹੜੀ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਗਰਲ ਚਾਈਲਡ ਹੈ ਉਹਨਾਂ ਦੇ ਜਿਹੜੇ ਅਧਿਕਾਰ ਹੈ, ਉਹਨਾਂ ਦੇ ਰਾਈਟਸ, ਉਹਨਾਂ ਦੀ ਕੇਅਰ, ਉਹਨਾਂ ਦੀ ਪ੍ਰੋਟੈਕਸ਼ਨ ਇੰਡੀਆ ਦੇ ਵਿੱਚ ਬਹੁਤ ਸੀਰੀਅਸ ਕੰਸਰਨ ਹੈ ਇਹ। ਠੀਕ ਹੈ, ਮੀਨਸ ਕਿ ਜਿਹੜੀਆਂ ਗਰਲਸ ਹੈ, ਠੀਕ ਹੈ, ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਅਧਿਕਾਰ ਉਹਨੇ ਨਹੀਂ ਮਿਲ ਰਹੇ ਜਿੰਨੇ ਉਹਨਾਂ ਦੇ ਐਕਚੁਅਲੀ ਜਿਹੜੇ ਰਾਈਟਸ ਹੈਗੇ ਨੇ, ਉਨੀ ਪ੍ਰੋਟੈਕਸ਼ਨ, ਉਨੀ ਕੇਅਰ। ਠੀਕ ਹੈ, ਉਹਨਾਂ ਨਾਲ ਮਤਲਬ ਕਿ ਵਿਤਕਰਾ ਕੀਤਾ ਜਾਂਦਾ ਇਕੱਲੀਆਂ ਗਰਲਸ ਨਾਲ ਨਹੀਂ, ਨਾਟ ਓਨਲੀ ਗਰਲਸ ਬਟ ਦੀ ਵੂਮਨ ਐਜ਼ ਸੱਚ ਕੰਟੀਨਿਊਸ ਟੂ ਬੀ ਡਿਸਕ੍ਰੀਮੀਨੇਟਡ। ਇਕੱਲੀਆਂ ਜਿਹੜੀਆਂ ਕੁੜੀਆਂ ਉਹਨਾਂ ਨਾਲ ਨਹੀਂ, ਔਰਤਾਂ ਨਾਲ ਵੀ ਜਿਹੜਾ ਇਹ ਡਿਸਕ੍ਰੀਮੀਨੇਸ਼ਨ ਹੁੰਦੀ ਹੈ, ਵਿਤਕਰਾ ਹੁੰਦਾ ਹੈ ਜਦੋਂ ਕੋਈ ਜੋਬ ਲੈਣ ਜਾਂਦੀਆਂ ਨੇ ਜਾਂ ਕਿਤੇ ਵੀ। ਠੀਕ ਹੈ, ਕਹਿੰਦੇ ਦ ਸੈਕਸ ਵਾਈਸ ਇਜ਼ ਮੋਰ ਅਮੰਗ ਅਨਐਜੂਕੇਟਡ ਐਂਡ ਸੋਸ਼ਲੀ ਬੈਕਵਰਡ ਕਲਾਸ। ਜਿਹੜੇ ਘੱਟ ਪੜ੍ਹੇ ਲਿਖੇ ਹੈ, ਬੈਕਵਰਡ ਕਲਾਸ ਨੂੰ ਬਿਲੋਂਗ ਕਰਦੀਆਂ ਜਿਹੜੀ ਸੁਸਾਇਟੀਜ਼, ਠੀਕ ਹੈ, ਉੱਥੇ ਜ਼ਿਆਦਾਤਰ ਕਹਿੰਦੇ ਜਿਹੜਾ ਇਹ ਭੇਦਭਾਵ ਦੇਖਣ ਨੂੰ ਮਿਲਦਾ ਮੁੰਡੇ ਅਤੇ ਕੁੜੀ ਦੇ ਵਿੱਚ। ਠੀਕ ਹੈ ਜੀ, ਕਹਿੰਦੇ ਜੇ ਅਸੀਂ ਗੱਲ ਕਰੀਏ ਡਿਸਕ੍ਰੀਮੀਨੇਸ਼ਨ, ਹਿਊਮਿਲਾਈਏਸ਼ਨ ਐਂਡ ਓਪਰੈਸ਼ਨ, ਵਿਤਕਰਾ, ਅਪਮਾਨ, ਜ਼ੁਲਮ, ਇਹ ਸਾਰਾ ਕੁਝ ਜਿਹੜਾ ਉਹਨਾਂ ਨੂੰ ਹਰੇਕ ਆਪਣੀ ਜਿਹੜੀ ਲਾਈਫ ਦੀ ਹਰੇਕ ਸਟੇਜ 'ਚੋਂ ਜਦੋਂ ਜਿਹੜੀਆਂ ਗਰਲਸ ਗੁਜ਼ਰਦੀਆਂ ਉਹਨਾਂ ਨੂੰ ਜਿਹੜਾ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਨਸ ਉਹੀ ਗੱਲ ਆ ਗਈ ਕਿ ਇਕੱਲੀਆਂ ਆਪਾਂ ਇੱਥੇ ਗਰਲਸ ਦੀ ਗੱਲ ਨਹੀਂ ਕਰ ਰਹੇ, ਵੂਮਨ ਦੀ ਵੀ ਗੱਲ ਕਰ ਰਹੇ ਹਾਂ। ਜਦੋਂ ਕਈ ਵਾਰੀ ਮੰਨ ਲਓ ਕੋਈ ਵੀ ਉਹ ਜੋਬ ਵਗੈਰਾ ਦੇਖਣ ਜਾਂਦੇ ਆ, ਜੋਬ ਵਗੈਰਾ ਲੱਭਦੇ ਆ, ਹੈ ਨਾ, ਜਦੋਂ ਤਾਂ ਕਹਿੰਦੇ ਉੱਥੇ ਕੀ ਹੁੰਦਾ, ਉਹਨਾਂ ਨਾਲ ਬਹੁਤ ਵਿਤਕਰਾ ਕੀਤਾ ਜਾਂਦਾ, ਭੇਦਭਾਵ ਕੀਤਾ ਜਾਂਦਾ। ਮੰਨ ਲਓ ਜੋਬ ਮਿਲ ਗਈ ਤਾਂ ਉਹਨਾਂ ਨੂੰ ਜਿਹੜੀ ਜੋਬ ਹੈ ਘੱਟ ਤਨਖਾਹ 'ਤੇ ਉਹਨਾਂ ਨੂੰ ਰੱਖਿਆ ਜਾਂਦਾ। ਆਮ ਦੇਖਣ ਨੂੰ ਮਿਲਦਾ ਹੈ ਜਦੋਂ ਕੋਈ ਵੀ ਲੇਡੀਜ਼ ਨੇ ਜਿਹੜੀਆਂ ਐਜ਼ ਮੇਲ ਐਂਡ ਫੀਮੇਲ ਦੀ ਜੇ ਅਸੀਂ ਗੱਲ ਕਰੀਏ, ਫੀਮੇਲ ਨੂੰ ਜਿਹੜੀ ਘੱਟ ਸੈਲਰੀ 'ਤੇ ਜਿਹੜਾ ਰੱਖਿਆ ਜਾਂਦਾ, ਕੰਮ ਇਕੁਅਲੀ ਕਰਵਾਇਆ ਜਾਂਦਾ ਬਟ ਘੱਟ ਸੈਲਰੀ 'ਤੇ ਉਹਨਾਂ ਨੂੰ ਰੱਖਿਆ ਜਾਂਦਾ। ਤਾਂ ਕਹਿੰਦੇ ਮਤਲਬ ਜਿਹੜੇ ਉਹਨਾਂ ਦੇ ਰਾਈਟਸ ਹੈਗੇ ਨੇ ਉਹ ਪ੍ਰੋਪਰ ਰਾਈਟਸ ਉਹਨਾਂ ਨੂੰ ਨਹੀਂ ਮਿਲਦੇ। ਠੀਕ ਹੈ, ਬਹੁਤ ਜਿਹੜਾ ਇੱਕ ਸੀਰੀਅਸ ਆਪਾਂ ਜੇ ਗੱਲ ਕਰੀਏ ਇੱਕ ਟੌਪਿਕ ਹੈ, ਇਹ ਸੀਰੀਅਸ ਕਨਸੈਪਟ ਲਾ ਕੇ ਚੱਲਦੇ ਹਾਂ। ਅਤੇ ਹਰੇਕ ਸਟੇਜ 'ਚੋਂ ਜਦੋਂ ਗੁਜ਼ਰਦੀਆਂ ਨੇ ਆਪਣੀ ਲਾਈਫ 'ਚੋਂ, ਹਰੇਕ ਸਟੇਜ ਦੇ ਵਿੱਚ ਉਹਨਾਂ ਨੂੰ ਇਹ ਜਿਹੜਾ ਵਿਤਕਰਾ ਇਹਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਕੀ ਹੁੰਦਾ ਹੈ ਜਦੋਂ ਜਿਹੜੀਆਂ ਉਹ ਮਤਲਬ ਕਿ ਗਰਲਸ ਨੇ ਖੁਦ ਜਿਹੜੀਆਂ ਮੰਨ ਲਓ ਵੀ ਆਪ ਤਾਂ ਉਹਨਾਂ ਦਾ ਜਿਹੜਾ ਇਹ ਟਾਈਮ ਪੀਰੀਅਡ ਆ ਉਹ ਕੰਪਲੀਟ ਹੋ ਗਿਆ, ਹੈ ਨਾ, ਤਾਂ ਜਿਹੜੀ ਆਪਣੀ ਅੱਗੇ ਉਹਨਾਂ ਦੀ ਜਿਹੜੀ ਗਰਲ ਹੁੰਦੀ ਆ, ਆਪਣੀ ਬੇਟੀ ਹੁੰਦੀ ਹੈ, ਤਾਂ ਉਹਨਾਂ 'ਤੇ ਵੀ ਉਹ ਐਵੇਂ ਦਬਾਅ ਬਣਾਉਂਦੀਆਂ ਨੇ। ਮੀਨਸ ਕਿ ਉਹਨਾਂ ਨੂੰ ਪ੍ਰੋਪਰ ਉਹਨਾਂ ਨੂੰ ਰਾਈਟ ਨਹੀਂ ਦਿੱਤੇ ਜਾਂਦੇ, ਉਹਨਾਂ ਦੀ ਪ੍ਰੋਪਰ ਪ੍ਰੋਟੈਕਸ਼ਨ ਨਹੀਂ ਕੀਤੀ, ਕੇਅਰ ਨਹੀਂ ਕੀਤੀ ਜਾਂਦੀ। ਇਹ ਸਾਰਾ ਕੁਛ ਜਿਹੜਾ ਸੁਸਾਇਟੀ ਦੇ ਵਿੱਚ ਦੇਖਣ ਨੂੰ ਮਿਲਦਾ। ਦੈਨ ਸਾਡੇ ਕੋਲ ਆ ਗਿਆ ਜੀ
ਨੈਕਸਟ ਇਸ਼ੂਜ਼ ਰਿਲੇਟਡ ਟੂ ਦਾ ਗਰਲ ਚਾਈਲਡ। ਇਸ਼ੂਜ਼ ਰਿਲੇਟਡ ਟੂ ਦਾ ਗਰਲ ਚਾਈਲਡ ਜਿਹਦੇ ਵਿੱਚ ਅਸੀਂ ਫੀਮੇਲ ਫੋਰਟੀਸਾਈਡ ਮੇਨ ਇਸ਼ੂਜ਼ ਇੱਥੇ ਨੋਟ ਕੀਤੇ ਆ। ਫੀਮੇਲ ਫੋਰਟੀਸਾਈਡ, ਨਿਊਟ੍ਰੀਸ਼ਨਲ ਡੈਫੀਸ਼ੀਐਂਸੀ, ਮੋਰਬਿਡਿਟੀ ਐਂਡ ਮੋਰਟੈਲਿਟੀ, ਅਬਿਊਜ਼ ਐਂਡ ਨਿਗਲੈਕਟ, ਐਜੂਕੇਸ਼ਨਲ ਸਟੇਟਸ, ਗਰਲ ਚਾਈਲਡ ਲੇਬਰ। ਪਹਿਲਾਂ ਆਪਾਂ ਨੇ ਇਹਨਾਂ ਇਸ਼ੂਜ਼ ਨੂੰ ਸਾਰੇ ਇਕੱਠੇ ਨੋਟ ਕਰ ਲਿਆ, ਦੈਨ ਇਕੱਲੇ ਬਾਰੇ ਆਪਾਂ ਜਿਹੜਾ ਪੜ੍ਹਾਂਗੇ ਜਿੰਨੀ ਕੁ ਆਪਾਂ ਨੂੰ ਜ਼ਰੂਰਤ ਹੈ। ਜਿਵੇਂ ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਇੱਥੇ ਨੋਟ ਕਰਵਾਉਣ ਵਾਲੀ ਹੈਗੀ ਉਹ ਮੈਂ ਇੱਥੇ ਨੋਟ ਕੀਤੀ ਹੈ, ਅਦਰਵਾਈਜ਼ ਮੈਂ ਤੁਹਾਨੂੰ ਬੋਲ ਕੇ ਇੱਥੇ ਸਮਝਾ ਰਹੀ ਹਾਂ। ਫਸਟ 'ਤੇ ਅਸੀਂ ਦੇਖਦੇ ਹਾਂ ਜੀ ਫੀਮੇਲ ਫੋਰਟੀਸਾਈਡ। ਫੀਮੇਲ ਫੋਰਟੀਸਾਈਡ ਮਤਲਬ ਤੁਹਾਨੂੰ ਪਤਾ ਹੀ ਹੈ। ਦੇਖੋ ਜੇ ਅਸੀਂ ਗੱਲ ਕਰੀਏ ਅੱਜ ਦੇ ਟਾਈਮ ਅਤੇ ਪੁਰਾਣੇ ਟਾਈਮ ਦੀ, ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਵੀ ਜਦੋਂ ਬੱਚੇ ਦਾ ਜਨਮ ਹੋ ਗਿਆ ਉਦੋਂ ਪਹਿਲਾਂ ਇਹ ਲਾ ਲਓ ਵੀ ਡਿਟੈਕਟ ਨਹੀਂ ਕੀਤਾ ਜਾਂਦਾ ਸੀ, ਪਹਿਲਾਂ ਨਹੀਂ ਪਤਾ ਲੱਗਦਾ ਸੀਗਾ ਵੀ ਮੁੰਡਾ ਕਿ ਕੁੜੀ ਆ ਹੋਣ ਵਾਲਾ ਬੱਚਾ, ਹੈ ਨਾ। ਤਾਂ 1 ਸਾਲ ਦੇ ਵਿੱਚ ਜਦੋਂ ਜਿਹੜੀ ਕੁੜੀ ਹੈ ਜਨਮ ਲੈਂਦੀ ਹੈ ਤਾਂ ਉਹਨੂੰ ਜਿਹੜਾ ਮਾਰ ਦਿੱਤਾ ਜਾਂਦਾ ਸੀ। 1 ਸਾਲ ਦੇ ਵਿੱਚ ਜਿਹੜਾ ਉਹਨੂੰ ਮਾਰ ਦਿੱਤਾ ਜਾਂਦਾ ਸੀ। ਬਟ ਅੱਜ ਦੇ ਟਾਈਮ ਦੀ ਜੇ ਅਸੀਂ ਗੱਲ ਕਰੀਏ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ, ਸੈਕਸ ਡਿਟਰਮੀਨੇਸ਼ਨ ਦੇ ਥਰੂ ਡਿਟੈਕਟ ਕੀਤਾ ਜਾਂਦਾ ਹੈ ਕਿ ਜਿਹੜਾ ਬੱਚਾ ਹੈ ਉਹ ਗਰਲ ਹੈ ਕਿ ਬੋਏ ਹੈ। ਤਾਂ ਮਤਲਬ ਕਿ ਫੀਮੇਲ ਫੋਰਟੀਸਾਈਡ ਮੀਨਸ ਗਰਭ ਦੇ ਵਿੱਚ ਹੀ ਜਿਹੜਾ ਉਹ ਬੱਚੀ ਨੂੰ ਜਿਹੜਾ ਮਾਰ ਦਿੱਤਾ ਜਾਂਦਾ। ਠੀਕ ਹੈ, ਬਹੁਤ ਸਾਰੇ ਕਹਿੰਦੇ ਇਹਦੇ ਜਿਹੜੇ ਕਾਰਨ ਦੇਖਣ ਨੂੰ ਮਿਲਦੇ ਨੇ, ਗਰੀਬੀ, ਠੀਕ ਹੈ, ਜਾਂ ਫਿਰ ਜਿਵੇਂ ਦਹੇਜ ਵਗੈਰਾ ਉਹਨਾਂ ਨੂੰ ਲੱਗਦਾ ਵੀ ਇਹਦੀ ਮਤਲਬ ਕਿ ਵਿਆਹ 'ਤੇ ਸਾਨੂੰ ਇੰਨਾ ਖਰਚਾ ਕਰਨਾ ਪਊ, ਜਾਂ ਫਿਰ ਮੋਸਟਲੀ ਜੇ ਅਸੀਂ ਗੱਲ ਕਰੀਏ ਤਾਂ ਅਨਐਜੂਕੇਟਡ ਪੀਪਲ ਜਿਹੜੀਆਂ ਬੈਕਵਰਡ ਕਲਾਸਿਸ ਨੂੰ ਜਿਹੜੇ ਹੈਗੇ ਨੇ ਅਨਐਜੂਕੇਟਡ ਐਂਡ ਸੋਸ਼ਲੀ ਬੈਕਵਰਡ ਕਲਾਸ ਨੂੰ ਬਿਲੋਂਗ ਕਰਦੇ ਆ ਜਿਹੜੇ ਲੋਕ, ਜਿਹੜੇ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ, ਠੀਕ ਹੈ, ਜਿਹੜੇ ਪਿਛੜੇ ਵਰਗ ਨੂੰ ਬਿਲੋਂਗ ਕਰਦੇ ਆ ਸੋਸ਼ਲੀ ਸਮਾਜਿਕ ਤੌਰ 'ਤੇ, ਮੀਨਸ ਉਹ ਕੀ ਕਰਦੀਆਂ ਉਹਨਾਂ ਦੇ ਵਿੱਚ ਆਪਾਂ ਨੂੰ ਜਿਹੜੇ ਇਹ ਇਸ਼ੂਜ਼ ਹੈ ਦੇਖਣ ਨੂੰ ਮਿਲਦੇ ਆ ਗਰਲ ਚਾਈਲਡ ਦੇ ਰਿਲੇਟਡ। ਠੀਕ ਹੈ, ਇਹਦੇ ਬਾਰੇ ਵੈਸੇ ਜਿੰਨੇ ਵੀ ਆਪਾਂ ਇਸ਼ੂਜ਼ ਪੜ੍ਹਾਂਗੇ, ਪੜ੍ਹ ਕੇ ਤੁਹਾਨੂੰ ਘੱਟ ਸਮਝ ਲੱਗੂ, ਡੇਲੀ ਲਾਈਫ ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖਿਆ ਹੀ ਹੋਣਾ, ਨੋਟ ਕੀਤਾ ਹੀ ਹੋਣਾ। ਠੀਕ ਹੈ, ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਵੀ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਅਗਰ ਕਿਸੇ ਬੱਚੇ ਨੂੰ ਪ੍ਰੋਪਰ ਖਾਣਾ ਮਿਲਦਾ, ਨਿਊਟ੍ਰੀਸ਼ਨ, ਉਹਨੂੰ ਪ੍ਰੋਪਰ ਉਹਦੀ ਡਾਈਟ ਵਧੀਆ, ਸਾਰੇ ਨਿਊਟਰੀਐਂਟਸ ਪੂਰੇ ਆ ਉਹਦੇ 'ਚ, ਹੈ ਨਾ, ਤਾਂ ਇਹ ਲਾ ਲਓ ਵੀ ਵਧੀਆ ਉਹਨੂੰ ਖਾਣਾ ਮਿਲਦਾ ਤਾਂ ਉਹਦੀ ਸਿਹਤ ਵਧੀਆ ਹੋਊਗਾ, ਉਹਦੀ ਡਿਵੈਲਪਮੈਂਟ ਵਧੀਆ ਹੋਊ। ਅ ਗਰਲ ਚਾਈਲਡ ਪਾਸਿਸ ਥਰੂ ਵੇਰੀਅਸ ਡਿਵੈਲਪਮੈਂਟਲ ਪੀਰੀਅਡ ਸੱਚ ਐਜ਼ ਐਡੋਲਸੈਂਸ ਪੀਰੀਅਡ, ਪ੍ਰੈਗਨੈਂਸੀ, ਲੈਕਟੇਸ਼ਨ ਪੀਰੀਅਡ ਐਕਸੈਟਰਾ। ਜਿਹੜੀਆਂ ਗਰਲਸ ਹੈ ਉਹ ਮਤਲਬ ਕਿ ਆਪਣੀ ਲਾਈਫ ਦੇ ਥਰੂ ਵੇਰੀਅਸ ਜਿਹੜੇ ਪੀਰੀਅਡਸ ਨੇ ਉਹਦੇ ਵਿੱਚੋਂ ਪਾਸ ਕਰ, ਐਡੋਲਸੈਂਸ ਪੀਰੀਅਡ ਹੋ ਗਿਆ, ਹੈ ਨਾ, ਪ੍ਰੈਗਨੈਂਸੀ, ਲੈਕਟੇਸ਼ਨ ਪੀਰੀਅਡ, ਮੀਨਸ ਜਿਹਦੇ ਵਿੱਚ ਉਹਨਾਂ ਨੂੰ ਪੋਸ਼ਣ ਦੀ ਜ਼ਰੂਰਤ ਹੈ। ਠੀਕ ਹੈ, ਅਗਰ ਉਹਨਾਂ ਨੂੰ ਪ੍ਰੋਪਰ ਪੋਸ਼ਣ ਨਹੀਂ ਮਿਲੂਗਾ ਗਰਲਸ ਨੂੰ ਤਾਂ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਣਗੀਆਂ। ਤਾਂ ਐਟ ਦਾ ਮਤਲਬ ਕਿ ਇਹ ਲਾ ਲਓ ਕਿ ਪ੍ਰੈਗਨੈਂਸੀ ਟਾਈਮ, ਲੈਕਟੇਸ਼ਨ ਪੀਰੀਅਡ ਟਾਈਮ ਵੀ ਜਿਹੜੀਆਂ ਉਹ ਜਦੋਂ ਕੁਪੋਸ਼ਣ ਦਾ ਸ਼ਿਕਾਰ ਹੋਣਗੀਆਂ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਫਿਜ਼ੀਕਲੀ ਵੀ ਮੈਂਟਲੀ ਵੀ ਜਿਹੜੀਆਂ ਪ੍ਰੋਬਲਮਸ ਉਹਨਾਂ ਨੂੰ ਫੇਸ ਕਰਨੀਆਂ ਪੈਣਗੀਆਂ, ਮੀਨਸ ਉਹਨਾਂ ਨੂੰ ਜ਼ਿਆਦਾ ਬਿਮਾਰੀਆਂ ਲੱਗ ਜਾਣਗੀਆਂ, ਹੈ ਨਾ। ਅਪਰੋਕਸੀਮੇਟਲੀ 50% girls in India suffer from anemia and other nutritional deficiency diseases. ਇਸ਼ੂਜ਼ ਰਿਲੇਟਡ ਟੂ ਦਾ ਗਰਲ ਚਾਈਲਡ 'ਚ ਜੇ ਅਸੀਂ ਗੱਲ ਕਰੀਏ ਇਹਦੇ ਵਿੱਚ ਜਿਹੜਾ ਇਹ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਦਾ ਪੁਆਇੰਟ ਤਾਂ ਐਡ ਕੀਤਾ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਵੀ ਘਰ ਦੇ ਵਿੱਚ ਕਹਿੰਦੇ ਕਈ ਐਵੇਂ ਦੀਆਂ ਸੁਸਾਇਟੀਜ਼ ਨੇ, ਐਵੇਂ ਦੇ ਲੋਕ ਹੈ ਕਈ ਏਰੀਏਜ਼ ਦੇ ਵਿੱਚ ਜਿੱਥੇ ਕੁੜੀਆਂ ਨੂੰ ਬਰਾਬਰ ਦਾ ਖਾਣਾ ਨਹੀਂ ਮਿਲਦਾ, ਬਰਾਬਰ ਦਾ ਪੋਸ਼ਣ ਨਹੀਂ ਮਿਲਦਾ। ਠੀਕ ਹੈ, ਜਦੋਂ ਕਿ ਉਹਨਾਂ ਨੂੰ ਜ਼ਿਆਦਾ ਪੋਸ਼ਣ ਦੀ ਜ਼ਰੂਰਤ ਹੈ, ਉਹਨਾਂ ਨੂੰ ਜ਼ਿਆਦਾ ਜਿਹੜੀ ਉਹ ਅਲੱਗ-ਅਲੱਗ ਜਿਹੜੇ ਪੀਰੀਅਡਸ ਦੇ ਵਿੱਚੋਂ ਪਾਸ ਹੁੰਦੀਆਂ ਨੇ ਉਹਨਾਂ ਨੂੰ ਜ਼ਿਆਦਾ ਪੋਸ਼ਣ ਦੀ ਜ਼ਰੂਰਤ ਹੈ। 50% ਅਪਰੋਕਸੀਮੇਟਲੀ ਗਰਲਸ ਜਿਹੜੀਆਂ ਇੰਡੀਆ 'ਚ ਨੇ ਉਹ ਐਨੀਮੀਆ ਤੋਂ ਸਫਰ ਕਰ ਰਹੀਆਂ ਨੇ। ਐਨੀਮੀਆ ਜਿਹਦੇ ਵਿੱਚ ਖੂਨ ਦੀ ਕਮੀ ਹੁੰਦੀ ਹੈ। ਉਹ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਡਿਸੀਜ਼ਸ ਜਿਹੜੀਆਂ ਹੁੰਦੀਆਂ ਨੇ ਉਹ ਜਿਹੜੀਆਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ। ਪੂਅਰ ਨਿਊਟ੍ਰੀਸ਼ਨਲ ਸਟੇਟਸ ਲੀਡਸ ਟੂ ਪੂਅਰ ਗਰੋਥ ਐਂਡ ਡਿਵੈਲਪਮੈਂਟ। ਜਿੰਨੀ ਉਹਨਾਂ ਨੂੰ ਜਿਹੜਾ ਪੋਸ਼ਣ ਵਧੀਆ ਨਹੀਂ ਮਿਲੂਗਾ ਤਾਂ ਉਹਨਾਂ ਦੀ ਗਰੋਥ ਅਤੇ ਡਿਵੈਲਪਮੈਂਟ 'ਤੇ ਵੀ ਜਿਹੜਾ ਅਸਰ ਪਊਗਾ। ਠੀਕ ਹੈ, ਉਹਨਾਂ ਦੇ ਵਾਧੇ ਵਿਕਾਸ 'ਤੇ ਵੀ ਇਸ ਚੀਜ਼ ਦਾ ਜਿਹੜਾ ਅਸਰ ਦੇਖਣ ਨੂੰ ਮਿਲੂਗਾ।
ਮੋਰਬਿਡਿਟੀ ਐਂਡ ਮੋਰਟੈਲਿਟੀ ਦੇ ਵਿੱਚ ਜੇ ਅਸੀਂ ਗੱਲ ਕਰੀਏ, ਦੇਖੋ ਕਈ ਵਾਰੀ ਜਿੱਥੇ ਪਹਿਲਾਂ ਅਸੀਂ ਪੁਆਇੰਟ ਹੈ ਜਿਹੜਾ ਨੋਟ ਕੀਤਾ ਉਹਨੂੰ ਪੜ੍ਹਦੇ ਹਾਂ। ਦ ਮੈਡੀਕਲ ਨੀਡਸ ਆਫ ਦ ਗਰਲ ਚਾਈਲਡ ਨਾਰਮਲੀ ਆਰ ਇਗਨੋਰਡ ਦੈਟ ਦਿਸ ਲੀਡਸ ਟੂ ਸੀਰੀਅਸ ਕੰਪਲੀਕੇਸ਼ਨਸ ਲੇਟਰ। ਕਈ ਵਾਰੀ ਕੀ ਹੁੰਦਾ, ਜਿਹੜੀ ਗਰਲ ਚਾਈਲਡ ਹੈ ਜਦੋਂ ਘਰ 'ਚ ਉਹਨੂੰ ਕੋਈ ਬਿਮਾਰੀ ਹੁੰਦੀ ਹੈ ਨਾ, ਤਾਂ ਮੀਨਜ਼ ਇੰਨੀ ਉਹਦੀ ਪ੍ਰੋਪਰ ਕੇਅਰ ਨਹੀਂ ਕੀਤੀ ਜਾਂਦੀ ਕਿਸੇ ਵਧੀਆ ਡਾਕਟਰ ਕੋਲ, ਜਿਹੜਾ ਉਹਨੂੰ ਨਹੀਂ ਲਿਜਾਇਆ ਜਾਂਦਾ ਹੌਸਪੀਟਲ 'ਚ ਵਧੀਆ 'ਚ ਨਹੀਂ ਲਿਜਾਇਆ ਜਾਂਦਾ ਐਜ਼ ਕੰਪੈਰੀਜ਼ਨ ਟੂ ਮੀਨਸ ਬॉयज़ ਨੂੰ। ਅਗਰ ਕੋਈ ਕਹਿੰਦੇ ਕਈ ਵਾਰੀ ਐਵੇਂ ਦੇਖਣ ਨੂੰ ਮਿਲਦਾ ਵੀ ਥੋੜ੍ਹੀ ਜਿਹੀ ਸੱਟ ਲੱਗ ਜਾਵੇ ਜਾਂ ਥੋੜ੍ਹਾ ਜਿਹਾ ਵੀ ਕੋਈ ਉਹਨਾਂ ਨੂੰ, ਬੇਸ਼ੱਕ ਦੀ ਉਹ ਸੀਰੀਅਸ ਬਿਮਾਰੀ ਵੀ ਨਾ ਹੋਵੇ ਤਾਂ ਵੀ ਉਹਨਾਂ ਨੂੰ ਵਧੀਆ ਜਗ੍ਹਾ 'ਤੇ ਦਿਖਾਇਆ ਜਾਂਦਾ। ਤਾਂ ਕਹਿੰਦੇ ਇਹਦੇ ਨਾਲ ਕੀ ਦੇਖਣ ਨੂੰ ਮਿਲਿਆ ਵੀ ਜਿਵੇਂ ਮੰਨ ਕੇ ਚੱਲੋ ਵੀ ਜਿਹੜੇ ਇਹ ਲਾ ਲਓ ਵੀ 5 ਸਾਲ ਤੋਂ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਦੀ ਜਦੋਂ ਮੌਤ ਹੁੰਦੀ ਹੈ, ਡੈਥ ਰੇਟ ਜੇ ਅਸੀਂ ਗੱਲ ਕਰੀਏ ਤਾਂ ਗਰਲਸ ਚਾਈਲਡ ਦਾ ਜ਼ਿਆਦਾ ਹੈ ਐਜ਼ ਕੰਪੈਰੀਜ਼ਨ ਟੂ ਬॉयज़ ਚਾਈਲਡ। ਜਿਹੜੀ 5 ਸਾਲ ਤੋਂ ਜਿਹੜੇ ਛੋਟੇ ਬੱਚੇ ਆ ਜਿਹੜੀ ਉਹਨਾਂ ਦੀ ਮੌਤ ਦਰ ਹੈ ਜਿਹੜੀ ਉਹ ਵੱਧ ਹੈ ਕਿਹਦੇ ਵਿੱਚ, ਕੁੜੀਆਂ ਦੇ ਵਿੱਚ ਐਜ਼ ਕੰਪੈਰੀਜ਼ਨ ਟੂ ਮੁੰਡਿਆਂ ਨਾਲੋਂ, ਕਿਉਂਕਿ ਮੀਨਸ ਪ੍ਰੋਪਰ ਜਿੰਨੀ ਕੇਅਰ ਦੀ ਜ਼ਰੂਰਤ ਆ ਜਿਹੜੀ ਉਹਨਾਂ ਨੂੰ ਕੇਅਰ ਨਹੀਂ ਦਿੱਤੀ ਜਾਂਦੀ। ਹੁਣ ਦੇਖੋ ਇੱਥੇ ਆਪਾਂ ਇਹ ਨਹੀਂ ਕਹਾਂਗੇ ਅਗਰ ਵੀ ਜਿਵੇਂ ਹੁਣ ਇਹ ਟੌਪਿਕ ਪੜ੍ਹ ਰਹੇ ਹਾਂ ਕਿ ਨਹੀਂ ਐਵੇਂ ਦਾ ਕੁਛ ਨਹੀਂ ਹੁੰਦਾ ਹੈ ਨਾ, ਪਰ ਵੈਸੇ ਜਿਹੜੇ ਇਹ ਜਿਵੇਂ ਵੀ ਇਸ਼ੂਜ਼ ਜਿਹੜੇ ਹੈਗੇ ਜਿਹੜੇ ਆਪਾਂ ਪੜ੍ਹ ਰਹੇ ਹਾਂ ਇਹ ਸੀਰੀਅਸਲੀ ਜਿਹੜੇ ਦੇਖਣ ਨੂੰ ਮਿਲਦੇ ਆ, ਤਾਂ ਹੀ ਜਿਹੜਾ ਐਡਾ ਵੱਡਾ ਟੌਪਿਕ ਹੈ ਜਿਹੜਾ ਇਹ ਕ੍ਰੀਏਟ ਕੀਤਾ ਗਿਆ ਨਾ, ਇਹ ਤਾਂ ਹੈ ਨਹੀਂ ਕਿ ਐਵੇਂ ਬਣਾਤੇ ਆਪਣੇ ਕੋਲੋਂ। ਚਲੋ ਬੇਸ਼ੱਕ ਦੀ ਮੰਨ ਕੇ ਚੱਲੋ ਕਿ ਆਪਾਂ ਜਿਸ ਜਗ੍ਹਾ 'ਤੇ ਰਹਿੰਦੇ ਹਾਂ ਜਾਂ ਆਪਾਂ ਜਿਸ ਫੈਮਿਲੀ 'ਚ ਰਹਿੰਦੇ ਹਾਂ ਆਪਾਂ ਨੂੰ ਮੰਨ ਕੇ ਚੱਲੋ ਅਗਰ ਆਪਾਂ ਉਹ ਸਭ ਕੁਝ ਫੇਸ ਨਹੀਂ ਕਰਦੇ ਮੰਨ ਕੇ ਚੱਲੋ, ਬਟ ਬਹੁਤ ਅਲੱਗ ਜਿਵੇਂ ਹੁਣ ਅਲੱਗ-ਅਲੱਗ ਸਟੇਟਸ 'ਚ ਹਰੇਕ ਅਲੱਗ ਬੰਦਾ ਆਪਣੀ ਅਲੱਗ ਤਰ੍ਹਾਂ ਦੀ ਫੈਮਿਲੀ 'ਚ ਰਹਿੰਦਾ, ਅਲੱਗ ਤਰ੍ਹਾਂ ਦੀ ਸੁਸਾਇਟੀ 'ਚ ਰਹਿੰਦਾ, ਅਲੱਗ ਸਟੇਟ 'ਚ ਰਹਿੰਦਾ। ਤਾਂ ਆਪਾਂ ਆਲ ਓਵਰ ਜਿਹੜੀ ਇੰਡੀਆ ਦੀ ਗੱਲ ਕਰ ਰਹੇ ਹਾਂ, ਠੀਕ ਹੈ, ਇੰਡੀਆ ਦੀ ਜਿਹੜੀ ਇਹ ਗੱਲ ਹੋ ਰਹੀ ਹੈ। ਦੈਨ ਸਾਡੇ ਕੋਲ ਆ ਗਿਆ ਜੀ ਐਜੂਕੇਸ਼ਨਲ ਸਟੇਟਸ ਦੇ ਵਿੱਚ ਜੇ ਅਸੀਂ ਗੱਲ ਕਰੀਏ ਮੀਨਜ਼ ਕਿ ਜਿਹੜੀਆਂ ਮੁੰਡਿਆਂ ਦੇ ਕੰਪੈਰੀਜ਼ਨ ਜਿਹੜੀਆਂ ਕੁੜੀਆਂ ਨੇ ਮਤਲਬ ਕਿ ਉਹ ਸਕੂਲ ਘੱਟ ਜੁਆਇਨ ਕਰਦੀਆਂ ਨੇ, ਠੀਕ ਹੈ। 4.10% ਡਰੋਪ ਆਊਟ ਰੇਟ ਐਟ ਐਲੀਮੈਂਟਰੀ ਲੈਵਲ, 4.10% ਕੁੜੀਆਂ ਨੇ ਜਿਹੜੀਆਂ ਐਲੀਮੈਂਟਰੀ ਲੈਵਲ ਤੱਕ ਜਿਹੜਾ ਮਤਲਬ ਕਿ ਇੱਥੇ ਤੱਕ ਉਹ ਪੜ੍ਹਨ ਤੋਂ ਬਾਅਦ ਜਿਹੜਾ ਸਕੂਲ ਛੱਡ ਦਿੰਦੀਆਂ ਨੇ। 16.88% ਡਰੋਪ ਆਊਟ ਰੇਟ ਐਟ ਸੈਕੰਡਰੀ ਲੈਵਲ, 16.88% ਜਿਹੜਾ ਡਰੋਪ ਆਊਟ ਰੇਟ ਹੈ ਸੈਕੰਡਰੀ ਲੈਵਲ 'ਤੇ। ਮੀਨਜ਼ ਇੰਨੀ ਜਿਹੜੀਆਂ ਕੁੜੀਆਂ ਉਹ ਕੀ ਕਰ ਦਿੰਦੀਆਂ ਨੇ ਸਕੂਲ ਪਹਿਲਾਂ ਤਾਂ ਬਹੁਤ ਘੱਟ ਐਵੇਂ ਦੇ ਹੈਗੇ ਜਿਹੜੇ ਸਕੂਲ ਜੁਆਇਨ ਕਰਦੇ ਨੇ, ਫਿਰ ਉਹ ਤੋਂ ਬਾਅਦ ਐਲੀਮੈਂਟਰੀ ਲੈਵਲ 'ਤੇ ਡਰੋਪ ਕਰਤਾ ਕਈਆਂ ਨੇ ਸੈਕੰਡਰੀ ਲੈਵਲ 'ਤੇ ਛੱਡਤਾ ਸਕੂਲ, ਠੀਕ ਹੈ। ਮੀਨਜ਼ ਕਾਲਜਸ ਯੂਨੀਵਰਸਿਟੀਜ਼ ਤੱਕ ਤਾਂ ਬਹੁਤ ਜਿਹੜੀਆਂ ਘੱਟ ਕੁੜੀਆਂ ਪਹੁੰਚ ਪਾਉਂਦੀਆਂ ਨੇ। ਤਾਂ ਇੱਥੇ ਬਹੁਤ ਸਾਰਾ ਜੇ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਜਿਹੜੀਆਂ ਹੈਗੇ ਨੇ ਜਿਵੇਂ ਇਹ ਮੰਨ ਕੇ ਚਲੋ ਵੀ ਫੈਸਿਲਿਟੀਜ਼ ਦੀ ਘਾਟ ਹੈ, ਠੀਕ ਹੈ। ਕ੍ਰਾਈਮ ਵੱਧ ਰਿਹਾ ਡੇ ਬਾਏ ਡੇ, ਮੀਨਜ਼ ਗੌਰਮੈਂਟ ਨੂੰ ਵੀ ਚਾਹੀਦਾ ਕੋਈ ਪ੍ਰੋਪਰ ਇਹਦੇ ਰਿਲੇਟਡ ਜਿਹੜਾ ਐਕਸ਼ਨ ਲਿਆ ਜਾਵੇ। ਵੈਸੇ ਗੌਰਮੈਂਟ ਨੇ ਠੀਕ ਹੈ ਰੂਲ ਕੀਤਾ ਮੀਨਜ਼ ਕਿ 14 ਸਾਲ ਤੱਕ ਦੀ ਉਮਰ ਦੇ ਬੱਚੇ ਨੂੰ ਜਿਹੜੀ ਸਿੱਖਿਆ ਲਾਜ਼ਮੀ ਹੈ ਨਾ, ਬਟ ਫੈਸਿਲਿਟੀਜ਼ ਦੀ ਕਮੀ ਹੈ। ਕ੍ਰਾਈਮ ਵਧਣ ਕਰਕੇ ਪੇਰੈਂਟਸ ਡਰਦੇ ਹੈ ਨਾ ਵੀ ਕੋਈ ਐਵੇਂ ਦੀ ਗੱਲ ਨਾ ਹੋਏ ਜਿਹਦੀ ਵਜ੍ਹਾ ਨਾਲ ਜਿਹੜਾ ਇਹ ਲਾ ਲਓ ਕਿ ਵੀ ਸਮਾਜਿਕ ਸਥਿਤੀਆਂ ਨੇ ਜਿਹੜੀਆਂ ਰੋਕ ਰਹੀਆਂ ਨੇ ਕੁੜੀਆਂ ਨੂੰ ਅੱਗੇ ਵਧਣ ਤੋਂ, ਤਾਂ ਕਿ ਉਹਨਾਂ ਨੂੰ ਜਿਹੜੀ ਸਿੱਖਿਆ ਲੈਣ ਤੋਂ, ਇਹ ਸਾਰਾ ਕੁਝ ਅੱਗੇ ਆ ਗਿਆ। ਅਬਿਊਜ਼ ਐਂਡ ਨਿਗਲੈਕਟ ਦੀ ਜੇ ਅਸੀਂ ਗੱਲ ਕਰੀਏ, ਅਬਿਊਜ਼ ਐਂਡ ਨਿਗਲੈਕਟ ਦੇ ਵਿੱਚ ਮੰਨ ਕੇ ਚੱਲੋ ਕਿ ਫਿਜ਼ੀਕਲੀ ਮੈਂਟਲੀ, ਠੀਕ ਹੈ, ਇਹ ਲਾ ਲਓ ਕਿ ਸਰੀਰਕ ਤੌਰ 'ਤੇ, ਠੀਕ ਹੈ, ਬੱਚੇ ਦਾ ਸ਼ੋਸ਼ਣ, ਜਾਂ ਫਿਰ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਮੈਂਟਲੀ ਸੈਕਸ਼ੂਅਲੀ, ਹੈ ਨਾ। ਮਤਲਬ ਕਿ ਵੀ ਮੰਨ ਲਓ ਬੱਚੇ ਨਾਲ ਕੁਝ ਗਲਤ ਹੋ ਰਿਹਾ ਹੈ ਨਾ, ਤਾਂ ਕੀ ਹੁੰਦਾ ਕਹਿੰਦੇ ਵੀ ਉਸ ਚੀਜ਼ ਨੂੰ ਇਗਨੋਰ ਕੀਤਾ ਜਾਂਦਾ, ਨਿਗਲੈਕਟ ਕੀਤਾ ਜਾਂਦਾ ਹੈ, ਜਦੋਂ ਕਿ ਫਰਜ਼ ਕੀ ਬਣਦਾ ਪੇਰੈਂਟਸ ਦਾ ਵੀ, ਟੀਚਰਸ ਦਾ ਵੀ, ਮਤਲਬ ਕਿ ਗੌਰਮੈਂਟ ਨੂੰ ਵੀ ਮਤਲਬ ਕਿ ਜ਼ਰੂਰੀ ਹੈ ਕਿ ਅੱਗੇ ਆਪਾਂ ਪੜ੍ਹਾਂਗੇ ਕਿ ਕਿਹੜੇ ਸਟੈਪ ਚੁੱਕਣੇ ਚਾਹੀਦੇ ਨੇ, ਹੈ ਨਾ। ਤਾਂ ਜੋ ਅਗਰ ਉਹਨਾਂ ਨਾਲ ਕੁਝ ਗਲਤ ਹੋ ਰਿਹਾ ਮੀਨਜ਼ ਉਹਨੂੰ ਸਹਿਣ ਨਾ ਕਰਨ, ਮੀਨਜ਼ ਉਹਦੇ ਲਈ ਆਵਾਜ਼ ਉਠਾਉਣ, ਠੀਕ ਹੈ, ਆਵਾਜ਼ ਉਠਾਉਣ, ਨਾ ਕਿ ਉਹ ਚੀਜ਼ ਨੂੰ ਨਿਗਲੈਕਟ ਕੀਤਾ ਜਾਵੇ, ਇਗਨੋਰ ਨਾ ਕੀਤਾ ਜਾਵੇ। ਅੱਗੇ ਸਾਡੇ ਕੋਲ ਆ ਗਿਆ ਜੀ ਗਰਲ ਚਾਈਲਡ ਲੇਬਰ ਮਤਲਬ ਕਿ ਕਈ ਵਾਰੀ ਕੀ ਹੁੰਦਾ ਇਹ ਦੇਖਣ ਨੂੰ ਮਿਲਦਾ ਹੈ
ਕਿ ਬॉयਜ਼ ਸਕੂਲ ਜਾ ਰਹੇ ਨੇ ਬਟ ਗਰਲਸ ਘਰੇ ਰਹਿ ਕੇ ਘਰ ਦਾ ਕੰਮ ਕਰ ਰਹੀਆਂ ਨੇ। ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਇੱਕ ਤਰੀਕੇ ਨਾਲ ਜਦੋਂ ਛੋਟੀ ਉਮਰ 'ਚ ਮੰਨ ਕੇ ਚੱਲੋ ਨਾ, ਆਪਾਂ ਠੀਕ ਹੈ ਆਪਾਂ ਮੰਨਦੇ ਹਾਂ ਵੀ ਕੰਮ ਸਿੱਖਦੇ ਹਾਂ ਬੱਚੇ ਹੈ ਨਾ, ਤਾਂ ਕਹਿੰਦੇ ਉਹ ਛਿਪੀ ਹੋਈ ਲੇਬਰ ਹੈ, ਛਿਪੀ ਹੋਈ ਚਾਈਲਡ ਲੇਬਰ ਹੈ ਨਾ, ਉਹਨੂੰ ਅਸੀਂ ਕਾਊਂਟ ਨਹੀਂ ਕਰ ਸਕਦੇ ਹੈਗੇ ਵੀ ਕਿੰਨੇ % ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਜਾਂ ਫਿਰ ਕਈ ਵਾਰੀ ਆਪਾਂ ਨੂੰ ਦੇਖਣ ਨੂੰ ਮਿਲਦਾ ਵੀ ਮਦਰ ਕਿਸੇ ਦੇ ਘਰੇ ਕੰਮ ਕਰਦੀ ਹੈ ਹੈ ਨਾ, ਕੋਈ ਜਿਵੇਂ ਭਾਂਡੇ ਵਗੈਰਾ ਸਾਫ਼ ਕਰਦੇ ਆ ਜਾਂ ਫਿਰ ਕੋਈ ਕਿਚਨ 'ਚ ਕੰਮ ਕਰਦੇ ਆ, ਤਾਂ ਜਿਹੜਾ ਉਹ ਬੇਟੀ ਨੂੰ ਆਪਣੀ ਕੁੜੀ ਨੂੰ ਵੀ ਨਾਲ ਜਿਹੜਾ ਲੈ ਕੇ ਚਲੀ ਜਾਂਦੀ ਹੈ, ਤਾਂ ਜੋ ਉਹ ਸਮਝਦੀ ਹੈ ਵੀ ਇਹ ਵੀ ਜਿਹੜਾ ਕੰਮ ਸਿੱਖ ਲੂਗੀ। ਅਤੇ ਜਦੋਂ ਉਹ ਕੰਮ ਸਿੱਖ ਲੈਂਦੀ ਆ ਫਿਰ ਉਹਨੂੰ ਹੋਰ ਜਿਹੜੀ ਉਹ ਮਦਰ ਆਪਣੇ ਹੋਰ ਘਰ ਸਾਂਭ ਲੈਂਦੀ ਆ ਕੰਮ ਦੇ ਲਈ ਹੈ ਨਾ, ਤਾਂ ਉੱਥੇ ਜਿਹੜੀ ਉਹ ਕੁੜੀ ਉਹਦੀ ਮਦਦ ਕਰਦੀ ਹੈ। ਇਹ ਹੋ ਗਈ ਚਾਈਲਡ ਲੇਬਰ, ਮਜ਼ਦੂਰੀ ਵਗੈਰਾ ਕਰਵਾਈ ਜਾਂਦੀ ਹੈ। ਅਤੇ ਇੱਥੇ ਸਭ ਤੋਂ ਜ਼ਿਆਦਾ ਸ਼ੋਸ਼ਣ ਹੁੰਦਾ ਬੱਚਿਆਂ ਦਾ, ਗਰਲਸ ਦਾ, ਜਿਹਦੇ ਵਿੱਚ ਮਤਲਬ ਕਿ ਪੇਮੈਂਟ ਹੈ ਜਿਹੜੀ ਉਹਨਾਂ ਨੂੰ ਘੱਟ ਮਿਲਦੀ ਹੈ। ਮੰਨ ਕੇ ਚੱਲੋ ਕੋਈ ਜਿਹੜਾ ਮਜ਼ਦੂਰੀ ਵਾਲਾ ਕੰਮ ਹੈ ਜਾਂ ਕੋਈ ਵੀ ਕੰਮ ਹੈ, ਚਾਹੇ ਘਰ 'ਚ ਕੰਮ ਹੈ ਕਿਤੇ ਵੀ ਕੰਮ ਹੈ, ਤਾਂ ਜਿਹੜੇ ਉਹ ਪ੍ਰੈਫਰ ਕਰਨਗੇ ਜਿਨ੍ਹਾਂ ਨੇ ਕੰਮ ਕਰਵਾਉਣਾ ਕਿ ਗਰਲਸ ਨੂੰ ਪ੍ਰੈਫਰ ਕਰਨਗੇ ਇਸ ਜੋਬ ਦੇ ਲਈ ਹੈ ਨਾ, ਕਿਉਂਕਿ ਉਹ ਸਮਝਦੇ ਨੇ ਵੀ ਉਹ ਥੋੜ੍ਹਾ ਕੰਮ ਪ੍ਰੋਪਰ ਤਰੀਕੇ ਨਾਲ ਵੀ ਕਰੂ ਹੈ ਨਾ, ਵੀ ਕੋਈ ਇੰਨੇ ਬਹਾਨੇ ਨਹੀਂ ਲਓ, ਪ੍ਰੋਪਰ ਤਰੀਕੇ ਨਾਲ ਕੰਮ ਕਰੂ, ਅਤੇ ਉਹਨਾਂ ਨੂੰ ਜਿਹੜੀ ਪੇਮੈਂਟ ਹੈ ਉਹ ਵੀ ਘੱਟ ਦੇਣੀ ਪਊ ਐਜ਼ ਕੰਪੈਰੀਜ਼ਨ ਟੂ ਬॉयਜ਼। ਮੀਨਜ਼ ਇੱਥੇ ਸਭ ਤੋਂ ਜ਼ਿਆਦਾ ਜਿਹੜਾ ਸ਼ੋਸ਼ਣ ਹੁੰਦਾ। ਅੱਗੇ ਆ ਗਿਆ ਜੀ, ਜੇ ਆਪਾਂ ਗੱਲ ਕਰੀਏ ਮੈਜ਼ਰਸ ਟੂ ਇੰਪਰੂਵ ਕੰਡੀਸ਼ਨ ਆਫ ਦਾ ਗਰਲ ਚਾਈਲਡ, ਮੀਨਸ ਮੈਜ਼ਰਸ ਟੂ ਇੰਪਰੂਵ ਕੰਡੀਸ਼ਨ ਆਫ ਦਾ ਗਰਲ ਚਾਈਲਡ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਇਕਨੋਮਿਕ ਮੈਜ਼ਰਸ। ਇਕਨੋਮਿਕ ਮੈਜ਼ਰ ਦੇ ਵਿੱਚ ਮੀਨਸ ਕਿ ਇਹ ਲਾ ਲਓ ਵੀ ਜਿਹੜਾ ਗੌਰਮੈਂਟ ਹੈਗੀ ਆ, ਗੌਰਮੈਂਟ ਨੂੰ ਕੀ ਕੁਛ ਕਰਨਾ ਚਾਹੀਦਾ ਤਾਂ ਜੋ ਜਿਹੜੀਆਂ ਗਰਲਸ ਨੇ ਉਹ ਪ੍ਰੋਟੈਕਟਿਵ, ਮਤਲਬ ਕਿ ਉਹਨੂੰ ਸੇਫ ਇਨਵਾਇਰਮੈਂਟ ਮਿਲੇ, ਪ੍ਰੋਪਰ ਉਹਨਾਂ ਦੀ ਕੇਅਰ ਹੋਵੇ, ਪ੍ਰੋਟੈਕਸ਼ਨ ਹੋਵੇ, ਠੀਕ ਹੈ, ਕੋਈ ਵੀ ਉਹਨਾਂ ਨੂੰ ਪ੍ਰੋਬਲਮ ਨਾ ਫੇਸ ਕਰਨੀ ਪਵੇ। ਇਕਨੋਮਿਕ ਮੈਜ਼ਰਸ ਦੇ ਵਿੱਚ ਮੀਨਸ ਕਿ ਮੰਨ ਲਓ ਜਿਨ੍ਹਾਂ ਦੇ ਘਰ ਦੇ ਵਿੱਚ ਕੁੜੀਆਂ, ਕਹਿੰਦੇ ਉਹਨਾਂ ਪੇਰੈਂਟਸ ਨੂੰ ਜਿਵੇਂ ਕੋਈ ਵੀ ਕੰਮ ਹੈ ਨਾ ਵੀ ਪਹਿਲ ਦੇ ਆਧਾਰ 'ਤੇ ਦੇਣਾ ਚਾਹੀਦਾ, ਜਾਂ ਫਿਰ ਹੋਰ ਆਪਾਂ ਮੰਨ ਕੇ ਚੱਲਦੇ ਹਾਂ ਵੀ ਉਹਨਾਂ ਦੇ ਕੋਈ ਅਕਾਊਂਟ ਵਗੈਰਾ ਖੁਲਵਾ ਦੇਣੇ ਚਾਹੀਦੇ ਨੇ ਜਿੱਥੇ ਥੋੜ੍ਹਾ ਮੋਟਾ ਉਹਨਾਂ ਦੀ ਹੈਲਪ ਕਰੀ ਜਾਵੇ ਗਰਲਸ ਦੀ, ਉਹਨਾਂ ਦੀ ਸਟੱਡੀ ਲਈ, ਠੀਕ ਹੈ, ਅਗਰ ਕੋਈ ਉਹਨਾਂ ਨੂੰ ਬਿਮਾਰੀ ਲੱਗਦੀ ਆ ਉਹਦੇ ਰਿਲੇਟਡ, ਇਹ ਸਾਰਾ ਕੁਛ। ਪ੍ਰੋਵਾਈਡਿੰਗ ਇਕੁਅਲ ਓਪਰਚੁਨਿਟੀਜ਼, ਮੀਨਸ ਲਿੰਗ ਦੇ ਆਧਾਰ 'ਤੇ ਕੋਈ ਭੇਦਭਾਵ ਨਾ ਹੋਵੇ, ਇਕੁਅਲ ਵਰਕ, ਇਕੁਅਲ ਪੇ ਹੋਣੀ ਚਾਹੀਦੀ ਹੈ। ਐਜੂਕੇਸ਼ਨਲ ਮੈਜ਼ਰਸ, ਐਜੂਕੇਸ਼ਨਲ ਮੈਜ਼ਰਸ ਦੇ ਵਿੱਚ ਜੇ ਅਸੀਂ ਗੱਲ ਕਰੀਏ, ਵੈਸੇ ਤਾਂ ਗੌਰਮੈਂਟ ਨੇ ਚਲੋ ਕੀਤਾ ਕਿ 14 ਦੀ ਉਮਰ ਤੱਕ ਜਿਹੜੀ ਲਾਜ਼ਮੀ ਸਿੱਖਿਆ ਕੀਤੀ ਹੈ, 14 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਹੈ ਕਿ ਲਾਜ਼ਮੀ ਸਿੱਖਿਆ ਹੈ ਨਾ, ਬਟ ਫੈਸਿਲਿਟੀਜ਼ ਵੀ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ ਗੌਰਮੈਂਟ ਨੂੰ ਹਾਇਰ ਐਜੂਕੇਸ਼ਨ ਦੇ ਲਈ, ਕਿਉਂਕਿ ਕਈ ਲੋਕ ਸਮਝਦੇ ਆ ਕਿ ਵੀ ਜਿਹੜੇ ਮੁੰਡੇ ਹੈ ਅਗਰ ਉਹਨਾਂ ਨੂੰ ਪੜ੍ਹਾਵਾਂਗੇ ਤਾਂ ਉਹ ਜਿਹੜਾ ਸਾਡੀ ਪ੍ਰੋਪਰ ਕੇਅਰ ਕਰਨਗੇ ਅਤੇ ਉਹਨਾਂ ਦਾ ਜਿਹੜਾ ਉਹ ਕਮਾਈ ਹੈ ਉਹ ਘਰ 'ਤੇ ਲੱਗੂ, ਅਤੇ ਉਹ ਸਮਝਦੇ ਆ ਵੀ ਗਰਲਸ ਦਾ ਜਿਹੜਾ ਆਪਾਂ ਨੂੰ ਵੀ ਜਿਹੜਾ ਵੀ ਅਗਰ ਇਹਨਾਂ ਨੂੰ ਪੜ੍ਹਾਵਾਂਗੇ ਤਾਂ ਜਿਹੜਾ ਇਹਨਾਂ ਦਾ ਪੈਸਾ ਹੈ ਵੀ ਆਫਟਰ ਮੈਰਿਜ, ਮੀਨ ਜਦੋਂ ਮੈਰਿਜ ਕਰਾਂਗੇ ਉਦੋਂ ਵੀ ਇਹਨਾਂ 'ਤੇ ਕੋਈ ਖਰਚਾ ਹੋਊ, ਵੀ ਉਹ ਕਿਹੜਾ ਵੀ ਘਰ ਚਲਾ ਸਕਦੀਆਂ ਨੇ, ਵੀ ਮਤਲਬ ਇਹਨਾਂ ਨੇ ਕਿਹੜਾ ਆਪਣੇ ਮਾਂ ਬਾਪ ਨੂੰ ਸਾਂਭਣਾ। ਮੀਨਸ ਕਈ ਲੋਕਾਂ ਦੀ ਐਵੇਂ ਦੀ ਜਿਹੜੀ ਸੋਚ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਅੱਗੇ ਨਹੀਂ ਪੜ੍ਹਾਇਆ ਜਾਂਦਾ। ਤਾਂ ਗੌਰਮੈਂਟ ਨੂੰ ਚਾਹੀਦਾ ਕਿ ਐਵੇਂ ਦੀ ਐਜੂਕੇਸ਼ਨਲ, ਹਾਇਰ ਐਜੂਕੇਸ਼ਨ ਵਾਸਤੇ ਜਿਹੜੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ। ਨਿਊਟ੍ਰੀਸ਼ਨਲ ਮੈਜ਼ਰਸ, ਨਿਊਟ੍ਰੀਸ਼ਨਲ ਮੈਜ਼ਰਸ ਦੇ ਵਿੱਚ ਜਿਵੇਂ ਵੈਸੇ ਮਿਡ ਡੇ ਮੀਲ ਸਕੀਮ ਜਿਹੜੀ ਸਟਾਰਟ ਕੀਤੀ ਗਈ ਹੈ ਸਕੂਲਸ ਦੇ ਵਿੱਚ ਹੈ ਨਾ, ਮੁੰਡਿਆਂ ਲਈ ਵੀ ਕੁੜੀਆਂ ਲਈ ਵੀ ਛੋਟੇ ਬੱਚਿਆਂ ਲਈ, ਮਤਲਬ ਕਿ ਦੇਖੋ ਬਹੁਤ ਇਹ ਲਾ ਲਓ ਵੀ ਫਾਇਦਾ ਇਸ ਚੀਜ਼ ਦਾ। ਅਤੇ ਕਈ ਸਟੇਟ ਦੇ ਵਿੱਚ ਜਿਵੇਂ ਬੱਚਿਆਂ ਨੂੰ ਜਿਵੇਂ ਕੀੜਿਆਂ ਤੋਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ, ਜਾਂ ਫਿਰ ਐਨੀਮੀਆ ਦੀ ਪ੍ਰੋਬਲਮ ਜਿਹੜੀ ਸਭ ਤੋਂ ਵੱਧ, ਉਹ ਤੋਂ ਜਿਹੜੀਆਂ ਉਹਨਾਂ ਨੂੰ ਗੋਲੀਆਂ ਟੈਬਲੇਟਸ ਵਗੈਰਾ ਦਿੱਤੀਆਂ ਜਾਂਦੀਆਂ ਨੇ। ਮੀਨਸ ਇਹ ਵੀ ਗੌਰਮੈਂਟ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਵੀ ਐਵੇਂ ਦੇ ਸਟੈਪ ਚੁੱਕ ਵੀ ਰਹੇ ਨੇ, ਬਟ ਉਹਨਾਂ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਇਹ ਕਿ ਐਵੇਂ ਦੇ ਸਟੈਪ ਚੱਕਣ ਤਾਂ ਜੋ ਜਿਹੜੀਆਂ ਗਰਲਸ ਨੇ ਉਹਨਾਂ ਨੂੰ ਕੋਈ ਐਵੇਂ ਦੀਆਂ ਪ੍ਰੋਬਲਮਸ ਫੇਸ ਨਾ ਕਰਨੀਆਂ ਪੈਣ। ਸਪੈਸ਼ਲ ਅਟੈਂਸ਼ਨ ਟੂ ਗਰਲਸ ਡਿਊਰਿੰਗ ਹੋਮ ਵਿਜ਼ਿਟਸ, ਜਦੋਂ ਕੋਈ ਵੀ ਹੈਲਥ ਵਰਕਰ ਹੈ, ਠੀਕ ਹੈ, ਉਹਦੇ ਦੁਆਰਾ ਜਦੋਂ ਹੋਮ ਵਿਜ਼ਿਟ ਕੀਤਾ ਜਾਂਦਾ ਹੈ ਤਾਂ ਮੀਨਸ ਕਿ ਉਹ ਪ੍ਰੋਪਰ ਗਰਲਸ ਦਾ ਜਿਹੜਾ ਹੈਲਥ ਚੈੱਕਅਪ ਕਰੇ, ਉਹਨਾਂ ਦੀ ਹਾਈਟ, ਵੇਟ, ਪ੍ਰੋਪਰ ਗਰੋਥ ਹੈ ਨਾ, ਅਤੇ ਵੀ ਅਗਰ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਉਹਨਾਂ ਨੂੰ ਲੱਗਦੀ ਹੈ ਕਿ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਨੂੰ
ਉਹਨਾਂ ਦੇ ਪੇਰੈਂਟਸ ਨੂੰ ਕਵੇ ਕਿ ਵੀ ਜਿਹੜੀ ਇਹ ਪ੍ਰੋਬਲਮ ਹੈ ਮੀਨਸ ਇਹਦੇ ਰਿਲੇਟਡ ਇਹਨੂੰ ਹੌਸਪੀਟਲ 'ਚ ਲੈ ਕੇ ਜਾਇਆ ਜਾਵੇ, ਤਾਂ ਜੋ ਜਿਹੜੀ ਇਹ ਪ੍ਰੋਬਲਮ ਹੈ ਅੱਗੇ ਸੀਰੀਅਸ ਨਾ ਹੋ ਸਕੇ, ਠੀਕ ਹੈ, ਮੀਨਸ ਤਾਂ ਜੋ ਇਹ ਪ੍ਰੋਬਲਮ ਅੱਗੇ ਵੱਧ ਨਾ ਜਾਵੇ। ਐਡੋਪਸ਼ਨ ਆਫ ਗਰਲਸ ਦੇ ਵਿੱਚ ਮੀਨਸ ਲੋਕਾਂ ਨੂੰ ਸਾਹਿਤ ਕੀਤਾ ਜਾਵੇ ਕਾਹਦੇ ਬਾਰੇ, ਵੀ ਤਾਂ ਜੋ ਜਿਹੜੀਆਂ ਅਨਾਥ ਹੈ ਕੁੜੀਆਂ ਉਹਨਾਂ ਨੂੰ ਗੋਦ ਲਿਆ ਜਾਵੇ, ਉਹਨਾਂ ਦੀ ਪ੍ਰੋਪਰ ਕੇਅਰ ਕੀਤੀ ਜਾਵੇ। ਅੱਗੇ ਆ ਗਿਆ ਜੀ ਸੋਸ਼ਲ ਅਵੇਅਰਨੈਸ ਦੇ ਵਿੱਚ ਅਵੇਅਰਨੈਸ ਸ਼ੁੱਡ ਬੀ ਸਪਰੈਡ ਅਬਾਊਟ ਵੇਰੀਅਸ ਐਸਪੈਕਟਸ ਆਫ ਦਾ ਗਰਲ ਚਾਈਲਡ ਇਨ ਫੋਲੋਇੰਗ ਵੇਜ਼, ਪੋਸਟਰ ਫਿਕਸ ਕਰਕੇ, ਸਰਕੂਲੇਸ਼ਨ ਪ੍ਰਿੰਟ ਆਊਟਸ ਅਲੱਗ-ਅਲੱਗ ਲੈਂਗੁਏਜ ਦੇ ਵਿੱਚ ਪ੍ਰਿੰਟ ਆਊਟਸ ਜਿਹੜੇ ਉਹਨਾਂ ਨੂੰ ਸਰਕੂਲੇਟ ਕਰਕੇ, ਤਾਂ ਜੋ ਜਿਹੜੇ ਇਹ ਇਸ਼ੂਜ਼ ਆ ਜਿਹੜੇ ਗਰਲਸ ਨੂੰ ਜਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ, ਤਾਂ ਜੋ ਜਿਹੜਾ ਉਹਨਾਂ ਨਾਲ ਜਿਹੜਾ ਭੇਦਭਾਵ ਹੋ ਰਿਹਾ, ਵਿਤਕਰਾ ਹੋ ਰਿਹਾ, ਉਹਨਾਂ ਨੂੰ ਜਿਹੜਾ ਜ਼ੁਲਮ ਸਹਿਣਾ ਪੈ ਰਿਹਾ ਉਹ ਨਾ ਸਹਿਣਾ ਪਵੇ। TV, ਰੇਡੀਓ ਟਾਕਸ ਫੋਕਸਿੰਗ ਔਨ ਵੇਰੀਅਸ ਇਸ਼ੂਜ਼ ਰਿਲੇਟਡ ਟੂ ਗਰਲ ਚਾਈਲਡ ਵਿਦ ਸਟ੍ਰੈਸ ਔਰ ਸੋਲਿਊਸ਼ਨਸ। ਅੱਗੇ ਸੈਮੀਨਾਰਸ ਹੋ ਸਕਦੇ ਆ ਇਹਦੇ ਰਿਲੇਟਡ, ਹੈ ਨਾ। ਵੈਸੇ ਜਿਹੜੀ ਗੌਰਮੈਂਟ ਹੈ ਉਹਦੇ ਵੱਲੋਂ ਵੀ ਕਾਫੀ ਸਾਰੇ ਜਿਹੜੇ ਪ੍ਰੋਟੈਕਸ਼ਨ ਐਕਟ ਵੀ ਜਿਹੜੇ ਉਹਨਾਂ ਨੇ ਬਣਾਏ ਨੇ, ਤਾਂ ਜੋ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਉਹਨਾਂ ਨੂੰ ਫੇਸ ਨਾ ਕਰਨੀਆਂ ਪੈਣ। ਦਾ ਪ੍ਰੋਵੀਜ਼ਨ ਆਫ ਚਾਈਲਡ ਮੈਰਿਜ ਐਕਟ 2006, ਮਤਲਬ ਕਿ ਜਿਹੜਾ ਚਾਈਲਡ ਮੈਰਿਜ ਐਕਟ ਸੀ ਇਹਦੇ ਵਿੱਚ ਵੀ ਜਿਵੇਂ ਕਾਫੀ ਸਾਰੀਆਂ ਸੋਧ ਕੀਤੀਆਂ ਗਈਆਂ, ਤਾਂ ਜਿਵੇਂ ਚਾਈਲਡ ਮੈਰਿਜ ਐਕਟ 2006 ਦੀ ਇੱਥੇ ਗੱਲ ਕੀਤੀ ਹੈ, ਡੌਰੀ ਪ੍ਰੋਵੀਜ਼ਨ ਐਕਟ, ਦਾ ਚਾਈਲਡ ਲੇਬਰ ਪ੍ਰੋਵੀਜ਼ਨ ਐਕਟ 1986, ਠੀਕ ਹੈ ਜੀ। ਅੱਗੇ ਸਾਡੇ ਕੋਲ ਆ ਗਿਆ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ MTP ਐਕਟ 1971, ਸੈਕਸ਼ੂਅਲ ਹਰਾਸਮੈਂਟ ਆਫ ਵੂਮੈਨ ਐਟ ਵਰਕ ਪਲੇਸ ਐਕਟ 2013। ਜਿਹੜੇ ਐਕਟ ਨੇ ਇਹਨਾਂ ਨੂੰ ਐਜ਼ ਇਟ ਇਜ਼ ਨੇਮ ਲਰਨ ਕਰ ਲਓ ਅਤੇ ਈਅਰ ਲਰਨ ਕਰ ਲਓ, ਪੇਪਰ ਦੇ ਵਿੱਚ ਇਹਨਾਂ 'ਚੋਂ ਪੁੱਛ ਸਕਦੇ ਨੇ ਉਹ, ਠੀਕ ਹੈ। ਬਾਕੀ ਜਿੰਨਾ ਕਿ ਇਹਦੇ ਰਿਲੇਟਡ ਜ਼ਰੂਰਤ ਸੀ ਪੜ੍ਹਨ ਦੀ ਉਹ ਮੈਂ ਤੁਹਾਨੂੰ ਸਮਝਾਤਾ, ਆਪਣੇ ਪੇਪਰ ਦੇ ਅਕੋਰਡਿੰਗ ਸਫੀਸ਼ੈਂਟ ਹੈ, ਠੀਕ ਹੈ। ਉਹੀ ਗੱਲ ਆ ਜਾਂਦੀ, ਅਗਰ ਇਹ ਐਕਟ ਬਾਰੇ ਪੜ੍ਹਨਾ ਹੋਵੇ ਬਹੁਤ ਡਿਟੇਲ 'ਚ ਆਪਾਂ ਪੜ੍ਹ ਸਕਦੇ ਹਾਂ। ਅਗਰ ਤੁਸੀਂ ਚਾਹੁੰਦੇ ਹੋ ਇਹਦੇ ਬਾਰੇ ਪੜ੍ਹਨਾ ਤਾਂ ਤੁਸੀਂ YouTube 'ਤੇ, ਠੀਕ ਹੈ, Google 'ਤੇ ਕਿਤੇ ਵੀ ਸਰਚ ਕਰੋ, ਤੁਹਾਨੂੰ ਬਹੁਤ ਜਿਹੜੀ ਇਹਦੇ ਰਿਲੇਟਡ ਇਨਫੋਰਮੇਸ਼ਨ ਮਿਲ ਜੂਗੀ। ਬਟ ਮੈਂ ਸਿਰਫ ਉਨੇ ਇੱਕ ਪੁਆਇੰਟ ਨੋਟ ਕੀਤਾ ਹੈ ਜਿੰਨਾ ਕੁ ਮੈਨੂੰ ਲੱਗਦਾ ਕਿ ਆਪਣੇ ਸਿਲੇਬਸ ਦੇ ਲਈ ਸਫੀਸ਼ੈਂਟ ਹੈ। ਉਮੀਦ ਹੈ ਤੁਹਾਨੂੰ ਜਿਹੜਾ ਟੌਪਿਕ ਸਮਝ ਲੱਗ ਗਿਆ ਹੋਣਾ। ਚੈਨਲ ਨਾਲ ਜੁੜੇ ਰਹੋ ਜੀ। CDPO ਦੇ ਪੇਪਰ ਦੀ ਤਿਆਰੀ ਦੇ ਲਈ ਫ੍ਰੀ ਆਫ ਕਾਸਟ ਇਸ ਚੈਨਲ 'ਤੇ ਆਪਾਂ ਜਿਹੜੀ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਲਾਈਕ ਜ਼ਰੂਰ ਕਰਿਓ, ਅਤੇ ਮੈਂ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿ ਪੜ੍ਹਾਇਆ ਹੈ ਤੁਹਾਨੂੰ ਸਮਝ ਆ ਰਹੀ ਹੈ। ਧੰਨਵਾਦ।